ਨਮਸਕਾਰ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਹੈ। ਮੈਂ ਹਾਂ ਤਰਨਜੀਤ ਕੌਰ। ਪਹਿਲਾਂ ਪੇਸ਼ ਨੇ ਚੁਣਵੀਆਂ ਖਬਰਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੀਜੇਪੀ ਦੇ ਸਥਾਪਨਾ ਦਿਵਸ ਸਮਾਗਮ ਨੂੰ ਸੰਬੋਧਨ ਕਰਦਿਆਂ ਕਿਹਾ ਹੈ ਕਿ ਸੇਵਾ ਭਾਵ ਦੇ ਕੰਮਾਂ ਸਦਕਾ ਉਹਨਾਂ ਦੀ ਪਾਰਟੀ ਨੂੰ ਹਰੇਕ ਭਾਈਚਾਰੇ ਦਾ ਸਹਿਯੋਗ ਮਿਲ ਰਿਹਾ ਹੈ। ਕਿਹਾ ਸਰਕਾਰ ਦੀਆਂ ਲੋਕ ਹਿੱਤ ਨੀਤੀਆਂ ਦਾ ਵਿਰੋਧ ਸਿਰਫ ਦੇਸ਼ ਵਿੱਚ ਸਿਆਸੀ ਅਸਥਿਰਤਾ ਲਿਆਉਣ ਲਈ ਕੀਤਾ ਜਾ ਰਿਹਾ ਹੈ। ਪ੍ਰਧਾਨਮੰਤਰੀ ਭਲਕੇ ਸ਼ਾਮ 7 ਵਜੇ ਪ੍ਰੀਖਿਆ ਪੇ ਚਰਚਾ ਦੌਰਾਨ ਵਿਦਿਆਰਥੀਆਂ, ਮਾਪਿਆਂ ਤੇ ਅਧਿਆਪਕਾਂ ਨਾਲ ਗੱਲਬਾਤ ਕਰਨਗੇ। ਸਿਹਤ ਮੰਤਰਾਲੇ ਨੇ ਪੰਜਾਬ ਸਣੇ ਦੇਸ਼ ਦੇ ਹੋਰਨਾਂ ਸੂਬਿਆਂ ਵਿੱਚ ਵੱਧ ਰਹੇ ਕੋਵਿਡ-19 ਦੇ ਮਾਮਲਿਆਂ ਪ੍ਰਤੀ ਚਿੰਤਾ ਜਤਾਈ। ਉਪ ਰਾਸ਼ਟਰਪਤੀ ਐਮ ਵੈਂਕਈਆ ਨਾਇਡੂ ਨੇ ਸਿਆਸੀ ਪਾਰਟੀਆਂ ਨੂੰ ਦੇਸ਼ ਦੇ ਵਿਕਾਸ ਲਈ ਇਕਜੁੱਟ ਹੋਣ ਦਾ ਸੱਦਾ ਦਿੱਤਾ ਹੈ। ਤੇ ਭਾਰਤ ਦੇ ਦੌਰੇ ਤੇ ਆਏ ਰੂਸੀ ਵਿਦੇਸ਼ ਮੰਤਰੀ ਸਰਗੇ ਲੈਵਰੋਵ ਵੱਲੋਂ ਆਪਣੇ ਹਮਅਹੁਦਾ ਡਾਕਟਰ ਐਸ ਜੈਸ਼ੰਕਰ ਨਾਲ ਮੁਲਾਕਾਤ। ਤੇ ਹੁਣ ਖਬਰਾਂ ਵਿਸਥਾਰ ਨਾਲ। ਭਾਰਤੀ ਜਨਤਾ ਪਾਰਟੀ ਅੱਜ ਆਪਣਾ 41ਵਾਂ ਸਥਾਪਨਾ ਦਿਵਸ ਮਨਾ ਰਹੀ ਹੈ। ਵੀਡੀਓ ਕਾਨਫਰੰਸਿੰਗ ਰਾਹੀਂ ਨਵੀਂ ਦਿੱਲੀ ਤੋਂ ਪਾਰਟੀ ਵਰਕਰਾਂ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਬੀਜੇਪੀ ਦੇ 41 ਸਾਲ ਇਸ ਗੱਲ ਦੇ ਗਵਾਹ ਨੇ ਕਿ ਸੇਵਾ ਕਿਸ ਤਰ੍ਹਾਂ ਨਾਲ ਕੀਤੀ ਜਾਂਦੀ ਹੈ ਤੇ ਵਰਕਰਾਂ ਦੇ ਦਮ ਤੇ ਪਾਰਟੀ ਕਿਸ ਤਰ੍ਹਾਂ ਨਾਲ ਅੱਗੇ ਵਧਦੀ ਹੈ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਭਾਜਪਾ ਵੱਲੋਂ ਆਪਣੇ ਸੇਵਾ ਕਾਰਜਾਂ ਨਾਲ ਲੋਕਾਂ ਦੇ ਦਿਲ ਜਿੱਤਣ ਦੀ ਮੁਹਿੰਮ ਚਲਾਈ ਜਾ ਰਹੀ ਹੈ, ਜਿਸ ਦੇ ਚਲਦਿਆਂ ਹਰ ਭਾਈਚਾਰੇ ਵੱਲੋਂ ਉਹਨਾਂ ਨੂੰ ਸਮਰਥਨ ਮਿਲ ਰਿਹਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਸ਼ਿਆਮਾ ਪ੍ਰਸਾਦ ਮੁਖਰਜੀ ਦੇ ਵਿਚਾਰਾਂ ਦੀ ਹੀ ਤਾਕਤ ਸੀ, ਜਿਸ ਦੇ ਚਲਦਿਆਂ ਅਸੀਂ ਉਹਨਾਂ ਦੇ ਸੁਪਨੇ ਨੂੰ ਪੂਰਾ ਕਰ ਸਕੇ ਅਤੇ ਜੰਮੂ ਕਸ਼ਮੀਰ ਵਿੱਚੋਂ ਧਾਰਾ 370 ਹਟਾਈ ਜਾ ਸਕੀ। ਉਹਨਾਂ ਕਿਹਾ ਕਿ ਦੇਸ਼ ਵਿੱਚ ਸਿਆਸੀ ਹਿੱਤਾਂ ਦੀ ਪੂਰਤੀ ਲਈ ਪਾਰਟੀਆਂ ਟੁੱਟਦੀਆਂ ਨੇ, ਪਰ ਬੀਜੇਪੀ ਨੇ ਅਜਿਹਾ ਕਦੇ नहीं ਕੀਤਾ। अपना योगदान देने वाले हर व्यक्ति को आदरपूर्वक नमन करता हूं। डॉक्टर श्यामा प्रसाद मुखर्जी, पंडित दीनदयाल उपाध्याय जी, अटल बिहारी वाजपेयी जी, कुशाभाऊ ठाकरे जी, राजमाता सिंधिया जी, ऐसे अनगिनत महान व्यक्तित्वों को बीजेपी के प्रत्येक कार्यकर्ता की तरफ से मैं आदरपूर्वक श्रद्धांजलि देता हूं, श्रद्धा सुमन अर्पित करता हूं। ਪ੍ਰਧਾਨ ਮੰਤਰੀ ਨੇ ਕਿਹਾ ਕਿ ਬੀਜੇਪੀ ਪੂਰੇ 5 ਸਾਲ ਜਨਤਾ ਨਾਲ ਜੁੜੀ ਰਹਿੰਦੀ ਹੈ, ਇਸ ਲਈ ਉਹ ਜਿੱਤਦੇ ਨੇ। ਉਹਨਾਂ ਕਿਹਾ ਕਿ ਬੀਜੇਪੀ ਇਸ ਗੱਲ ਤੇ ਕਦੇ ਵੀ ਆਕੜ ਨਹੀਂ ਕਰਦੀ ਕਿ ਅਸੀਂ ਜਿੱਤੇ ਹਾਂ, ਸਗੋਂ ਇਸ ਗੱਲ ਤੇ ਗੌਰਵ ਮਹਿਸੂਸ ਕਰਦੀ ਹੈ ਕਿ ਲੋਕਾਂ ਨੇ ਸਾਨੂੰ ਜਿਤਾਇਆ ਹੈ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਅੱਜ ਬੀਜੇਪੀ ਪਿੰਡਾਂ ਤੋਂ ਲੈ ਕੇ ਸ਼ਹਿਰਾਂ ਤੱਕ ਫੈਲੀ ਹੋਈ ਹੈ। भाजपा से गांव गरीब का जुड़ाव इसलिए बढ़ रहा है क्योंकि आज वो पहली बार अंत्योदय को साकार होते देख रहा है। 21वीं सदी में जिन युवाओं ने जन्म लिया है वे आज भारतीय जनता पार्टी के साथ है, भाजपा की नीतियां, भाजपा के प्रयासों के साथ है। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੀਤੇ 7 ਸਾਲਾਂ ਦੌਰਾਨ ਕੇਂਦਰ ਦੀਆਂ ਉਪਲਬਧੀਆਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਪੀਐਮ ਕਿਸਾਨ ਸਨਮਾਨ ਨਿਧੀ ਯੋਜਨਾ ਤੇ ਨਵੇਂ ਖੇਤੀ ਕਾਨੂੰਨਾਂ ਦੇ ਚਲਦਿਆਂ ਕਿਸਾਨਾਂ ਦੀ ਆਰਥਿਕ ਸਥਿਤੀ ਵਿੱਚ ਸੁਧਾਰ ਹੋਇਆ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਸਰਕਾਰ ਦੀਆਂ ਕਈ ਲੋਕ ਹਿੱਤ ਨੀਤੀਆਂ ਦਾ ਵਿਰੋਧ ਸਿਰਫ ਦੇਸ਼ ਵਿੱਚ ਸਿਆਸੀ ਅਸਥਿਰਤਾ ਲਿਆਉਣ ਦੀ ਸੋਚ ਨਾਲ ਕੀਤਾ ਜਾ ਰਿਹਾ ਹੈ। ਸਰਕਾਰ ਵੱਲੋਂ ਚੰਗੀ ਨੀਅਤ ਨਾਲ ਕੀਤੇ ਕੰਮਾਂ ਬਾਰੇ ਵੀ ਗਲਤ ਅਫਵਾਹਾਂ ਫੈਲਾਈਆਂ ਜਾ ਰਹੀਆਂ ਨੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭਲਕੇ ਸ਼ਾਮ 7 ਵਜੇ ਪ੍ਰੀਖਿਆ ਪੇ ਚਰਚਾ 2021 ਦੌਰਾਨ ਵਿਦਿਆਰਥੀਆਂ, ਉਹਨਾਂ ਦੇ ਮਾਪਿਆਂ ਅਤੇ ਅਧਿਆਪਕਾਂ ਨਾਲ ਗੱਲਬਾਤ ਕਰਨਗੇ। ਕੋਵਿਡ-19 ਮਹਾਮਾਰੀ ਕਾਰਨ ਇਸ ਸਾਲ ਇਹ ਗੱਲਬਾਤ ਵਰਚੁਅਲ ਢੰਗ ਨਾਲ ਹੋਵੇਗੀ। ਇੱਕ ਟਵੀਟ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਵੱਖ-ਵੱਖ ਵਿਸ਼ਿਆਂ ਤੇ ਦਿਲਚਸਪ ਸਵਾਲਾਂ ਬਾਰੇ ਪ੍ਰੀਖਿਆ ਯੋਧਿਆਂ, ਅਧਿਆਪਕਾਂ ਅਤੇ ਮਾਪਿਆਂ ਨਾਲ ਯਾਦਗਾਰ ਗੱਲਬਾਤ ਹੋਵੇਗੀ। ਪ੍ਰੀਖਿਆ ਪੇ ਚਰਚਾ ਵਿਦਿਆਰਥੀਆਂ ਲਈ ਤਣਾਅ ਮੁਕਤ ਮਾਹੌਲ ਸਿਰਜਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਸ਼ੁਰੂ ਕੀਤੇ ਗਏ ਐਗਜ਼ਾਮ ਵਾਰੀਅਰ ਨਾਂ ਦੇ ਇੱਕ ਵੱਡੇ ਪਲੇਟਫਾਰਮ ਦਾ ਹਿੱਸਾ ਹੈ। ਇਸ ਪ੍ਰੋਗਰਾਮ ਰਾਹੀਂ ਪ੍ਰਧਾਨ ਮੰਤਰੀ ਵਿਦਿਆਰਥੀਆਂ, ਉਹਨਾਂ ਦੇ ਮਾਪਿਆਂ ਅਤੇ ਅਧਿਆਪਕਾਂ ਨੂੰ ਪ੍ਰੀਖਿਆ ਦੇ ਤਣਾਅ ਤੋਂ ਨਿਜਾਤ ਦਿਵਾਉਣ ਦੇ ਉਪਾਅ ਸੁਝਾਉਣਗੇ। ਇਸ ਦੇ ਨਾਲ ਹੀ ਉਹਨਾਂ ਨੇ ਇੱਕ ਵੀਡੀਓ ਲਿੰਕ ਵੀ ਸ਼ੇਅਰ ਕੀਤਾ ਹੈ। ਨਮਸਤੇ ਦੋਸਤੋ। ਤੁਸੀਂ ਜਾਣਦੇ ਹੋ ਪਿਛਲੇ 1 ਸਾਲ ਤੋਂ ਕੋਰੋਨਾ ਦੇ ਵਿਚਕਾਰ ਅਸੀਂ ਜੀ ਰਹੇ ਹਾਂ।
ਅਤੇ ਉਸ ਦੀ ਵਜ੍ਹਾ ਕਰਕੇ ਤੁਹਾਡੇ ਨਾਲ ਮਿਲਣ ਦਾ ਮੋਹ ਸਾਨੂੰ ਛੱਡਣਾ ਪੈ ਰਿਹਾ ਹੈ ਅਤੇ ਮੈਨੂੰ ਵੀ ਇੱਕ ਨਵੇਂ ਫਾਰਮੈਟ ਵਿੱਚ ਤੁਹਾਡੇ ਵਿਚਕਾਰ ਆਉਣਾ ਪੈ ਰਿਹਾ ਹੈ। ਇਹ ਪਰੀक्षा पे ਚਰਚਾ ਦਾ ਪਹਿਲਾ ਵਰਚੁਅਲ ਐਡੀਸ਼ਨ ਹੈ। ਮੋਦੀ ਜੀ ਕਰਨਗੇ ਪ੍ਰੀਖਿਆ ਨੂੰ ਅਫਸਰ ਵਿੱਚ ਤਬਦੀਲ। ਸਮੱਸਿਆ ਤਦੋਂ ਹੁੰਦੀ ਹੈ ਜਦੋਂ ਅਸੀਂ ਐਗਜ਼ਾਮ ਨੂੰ ਹੀ ਜਿਸ ਤਰ੍ਹਾਂ ਜ਼ਿੰਦਗੀ ਦੇ ਸੁਪਨਿਆਂ ਦਾ ਅੰਤ ਮੰਨ ਲੈਂਦੇ ਹਾਂ। ਦਰਅਸਲ ਐਗਜ਼ਾਮ ਜ਼ਿੰਦਗੀ ਨੂੰ ਘੜਨ ਦਾ ਇੱਕ ਅਵਸਰ ਹੈ। ਮੋਦੀ ਜੀ ਕਰਨਗੇ ਬੱਚਿਆਂ ਨਾਲ ਦੋਸਤ ਬਣ ਕੇ ਗੱਲ। ਇਹ ਰਾਏ ਇਹ ਪੀਐਮ ਦੇ ਰੂਪ ਵਿੱਚ ਮੈਂ ਨਹੀਂ ਦੇ ਰਿਹਾ, ਲੇਕਿਨ ਇੱਕ ਦੋਸਤ ਦੇ ਰੂਪ ਵਿੱਚ ਮੈਂ ਦੱਸ ਰਿਹਾ। ਅਤੇ ਪੁੱਛਣਗੇ ਪੇਰੈਂਟਸ ਅਤੇ ਟੀਚਰਸ ਦਾ ਵੀ ਹਾਲ ਚਾਲ। ਤੁਹਾਡੀ ਸੋਚ ਮੇਰੀ ਸੋਚ, ਤੁਹਾਡੇ ਇਰਾਦੇ ਮੇਰੇ ਇਰਾਦੇ, ਅਸੀਂ ਨਾਲ ਹੀ ਹਾਂ। ਮੋਦੀ ਜੀ ਦਿਵਾਣਗੇ ਤਣਾਅ ਤੋਂ ਮੁਕਤੀ। ਮੇਰੇ ਦੋਸਤ ਕੀ ਕਹਿਣਗੇ, ਮੰਮੀ ਪਾਪਾ ਕੀ ਕਹਿਣਗੇ, ਉਹ ਤਣਾਅ ਕਦੇ-ਕਦੇ ਬੋਝ ਬਣ ਜਾਂਦਾ ਹੈ। ਮੋਦੀ ਜੀ ਜਗਾਉਣਗੇ ਬੱਚਿਆਂ ਵਿੱਚ ਨਵੀਂ ਸ਼ਕਤੀ। ਵੇਖੋ ਦੋਸਤੋ, ਖਾਲੀ ਸਮਾਂ ਇਸ ਨੂੰ ਖਾਲੀ ਨਾ ਸਮਝੋ, ਇਹ ਖਜ਼ਾਨਾ ਹੈ, ਖਜ਼ਾਨਾ। ਪਾਰ ਹੋਣਗੀਆਂ ਬਾਧਾਵਾਂ, ਖੋਜਾਂਗੇ ਨਵੀਂ ਦਿਸ਼ਾਵਾਂ। ਚੰਗੀ ਕਿਤਾਬ, ਚੰਗੀ ਮੂਵੀਜ਼, ਚੰਗੀਆਂ ਕਹਾਣੀਆਂ, ਚੰਗੀਆਂ ਕਵਿਤਾਵਾਂ, ਚੰਗੇ ਮੁਹਾਵਰੇ ਜਾਂ ਚੰਗਾ ਅਨੁਭਵ, ਇਹ ਸਭ ਇੱਕ ਤਰ੍ਹਾਂ ਦੇ ਟ੍ਰੇਨਿੰਗਸ ਦੇ ਟੂਲਸ ਨੇ। ਆਓ ਕਰਦੇ ਹਾਂ ਨਵੇਂ ਢੰਗ ਨਾਲ ਪ੍ਰੀਖਿਆ ਤੇ ਚਰਚਾ ਵਰਚੁਅਲੀ। ਇਹ ਪ੍ਰੀਖਿਆ पे ਚਰਚਾ ਹੈ, ਲੇਕਿਨ ਸਿਰਫ ਪ੍ਰੀਖਿਆ ਦੀ ਹੀ ਚਰਚਾ ਨਹੀਂ ਹੈ। ਆਓ ਕਰਦੇ ਹਾਂ ਪ੍ਰੀਖਿਆ ਤੇ ਚਰਚਾ 7 ਅਪ੍ਰੈਲ 2021 ਬੁੱਧਵਾਰ ਸ਼ਾਮ 7 ਵਜੇ ਟੀਵੀ ਚੈਨਲਾਂ ਅਤੇ ਡਿਜੀਟਲ ਮੀਡੀਆ ਤੇ ਕਈ ਖੇਤਰੀ ਭਾਸ਼ਾਵਾਂ ਵਿੱਚ ਉਪਲਬਧ। ਸਿਹਤ ਮੰਤਰਾਲੇ ਵੱਲੋਂ ਪੰਜਾਬ ਦੇ 9, ਮਹਾਰਾਸ਼ਟਰ ਦੇ 30 ਅਤੇ ਛੱਤੀਸਗੜ੍ਹ ਦੇ 11 ਜ਼ਿਲ੍ਹਿਆਂ ਲਈ ਵਿਸ਼ੇਸ਼ ਕੋਵਿਡ ਟੀਮਾਂ ਭੇਜੀਆਂ ਗਈਆਂ ਨੇ। ਨਵੀਂ ਦਿੱਲੀ ਵਿੱਚ ਪ੍ਰੈਸ ਕਾਨਫਰੰਸ ਦੌਰਾਨ ਨੀਤੀ ਆਯੋਗ ਦੇ ਸਿਹਤ ਮੈਂਬਰ ਡਾਕਟਰ ਵੀਕੇ ਪੌਲ ਨੇ ਦੱਸਿਆ ਕਿ ਪੰਜਾਬ ਵਿੱਚ ਦੇਸ਼ ਦੇ ਕੁੱਲ ਮਾਮਲਿਆਂ ਦਾ 3% ਹਿੱਸਾ ਪਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਕੋਵਿਡ-19 ਦੇ ਨਿਰੰਤਰ ਵਧ ਰਹੇ ਮਾਮਲਿਆਂ ਨਾਲ ਸਥਿਤੀ ਚਿੰਤਾਜਨਕ ਬਣੀ ਹੋਈ ਹੈ। ਪੌਲ ਨੇ ਦੱਸਿਆ ਕਿ ਪਿਛਲੇ ਕੁਝ ਸਮੇਂ ਵਿੱਚ ਕੋਰੋਨਾ ਮਹਾਮਾਰੀ ਦਾ ਪ੍ਰਭਾਵ ਦੇਸ਼ ਵਿੱਚ ਵਧਿਆ ਹੈ। ਪੰਜਾਬ ਤੋਂ ਇਲਾਵਾ ਗੁਜਰਾਤ ਅਤੇ ਛੱਤੀਸਗੜ੍ਹ ਵਿੱਚ ਵੀ ਪੋਜ਼ਿਟਿਵ ਕੇਸਾਂ ਦੀ ਦਰ ਵਧੀ ਹੈ। ਉਨ੍ਹਾਂ ਦੱਸਿਆ ਕਿ ਮਹਾਮਾਰੀ ਦੇ ਸਭ ਤੋਂ ਵੱਧ ਮਾਮਲੇ ਮਹਾਰਾਸ਼ਟਰ ਦੇ 7 ਜ਼ਿਲ੍ਹਿਆਂ ਤੱਕ ਸੀਮਿਤ ਨੇ ਅਤੇ ਦੇਸ਼ ਦੇ ਕੁੱਲ ਕੇਸਾਂ ਵਿੱਚ ਮਹਾਰਾਸ਼ਟਰ ਦਾ 58% ਹਿੱਸਾ ਹੈ। ਡਾਕਟਰ ਪੌਲ ਨੇ ਕਿਹਾ ਕਿ ਮਹਾਰਾਸ਼ਟਰ ਵਿੱਚ ਰੋਜ਼ਾਨਾ 40,000 ਤੋਂ ਵੱਧ ਮਾਮਲੇ ਸਾਹਮਣੇ ਆ ਰਹੇ ਨੇ। पैंडेमिक का प्रभाव देश में बढ़ा है। इसी माध्यम से, इसी प्लेटफॉर्म से जब केसेस के नंबर कम हो रहे थे, पैंडेमिक में डिक्लाइन हो रहा था, बार बार चेतावनी दी जा रही थी कि हमें इस सिचुएशन को टेकन फॉर ग्रांटेड नहीं रखना। एज अ मैटर ऑफ फैक्ट कि हम सोसाइटी से, समाज से साझा कर रहे थे कि इसको हमने टेकन फॉर ग्रांटेड नहीं है। भारत की बहुत सारी जनसंख्या जो है वो ससेप्टेबल है, अभी वायरस यहीं पे है, हमें बच के रहना है और इंडिविजुअल लेवल पे, फैमिली लेवल पे, तंत्र के लेवल पे हमें पूरे वो काम करते रहना चाहिए हैं और चाहिए थे, जिससे कि ये वायरस कंट्रोल में रहे। ਕੋਵਿਡ ਟੀਕਾਕਰਨ ਦਾ ਜ਼ਿਕਰ ਕਰਦਿਆਂ ਡਾਕਟਰ ਪੌਲ ਨੇ ਕਿਹਾ ਕਿ ਭਾਰਤ ਵਿੱਚ ਦੁਨੀਆ ਦਾ ਸਭ ਤੋਂ ਤੇਜ਼ ਟੀਕਾਕਰਨ ਹੋ ਰਿਹਾ ਹੈ ਅਤੇ ਇਸ ਦਾ ਮਕਸਦ ਮਹਾਮਾਰੀ ਨਾਲ ਮੌਤ ਦੀ ਦਰ ਨੂੰ ਘੱਟ ਕਰਨਾ ਹੈ। ਡਾਕਟਰ ਪੌਲ ਨੇ ਕੋਵਿਡ ਟੀਕਾਕਰਨ ਸੰਬੰਧੀ ਸੂਬਿਆਂ ਵੱਲੋਂ ਕੀਤੇ ਜਾ ਰਹੇ ਯਤਨਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਇੱਕ ਦਿਨ ਵਿੱਚ 43 ਲੱਖ ਲੋਕਾਂ ਦਾ ਟੀਕਾਕਰਨ ਕਰਨਾ ਇੱਕ ਵੱਡੀ ਉਪਲਬਧੀ ਹੈ। ਇੰਡੀਅਨ ਮੈਡੀਕਲ ਐਸੋਸੀਏਸ਼ਨ ਨੇ ਕੇਂਦਰ ਸਰਕਾਰ ਨੂੰ ਕੋਵਿਡ ਟੀਕਾਕਰਨ ਦਾ ਦਾਇਰਾ ਵਧਾਉਣ ਦੀ ਬੇਨਤੀ ਕੀਤੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਲਿਖੀ ਚਿੱਠੀ ਵਿੱਚ ਐਸੋਸੀਏਸ਼ਨ ਨੇ 18 ਸਾਲ ਦੀ ਉਮਰ ਤੋਂ ਵੱਧ ਹਰੇਕ ਨਾਗਰਿਕ ਦਾ ਕੋਵਿਡ ਟੀਕਾਕਰਨ ਕਰਨ ਦਾ ਸੁਝਾਅ ਦਿੱਤਾ ਹੈ। ਇਸ ਤੋਂ ਇਲਾਵਾ ਐਸੋਸੀਏਸ਼ਨ ਵੱਲੋਂ ਚਿੱਠੀ ਵਿੱਚ ਜਨਤਕ ਥਾਵਾਂ ਤੇ ਵੱਡੇ ਇਕੱਠਾਂ ਵਿੱਚ ਸ਼ਾਮਲ ਹੋਣ ਲਈ ਟੀਕਾਕਰਨ ਸਰਟੀਫਿਕੇਟ ਨੂੰ ਲਾਜ਼ਮੀ ਕਰਨ ਦਾ ਸੁਝਾਅ ਦਿੱਤਾ ਗਿਆ ਹੈ। ਦੇਸ਼ ਭਰ ਵਿੱਚ ਕੋਵਿਡ-19 ਦੇ ਨਿਰੰਤਰ ਵਧ ਰਹੇ ਮਾਮਲਿਆਂ ਦੇ ਮੱਦੇਨਜ਼ਰ IMA ਨੇ ਮਹਾਮਾਰੀ ਦੀ ਦੂਜੀ ਲਹਿਰ ਦੇ ਹੋਰ ਗੰਭੀਰ ਹੋਣ ਤੋਂ ਪਹਿਲਾਂ ਢੁਕਵੇਂ ਉਪਾਅ ਕਰਨ ਲਈ ਕਿਹਾ ਹੈ। ਐਸੋਸੀਏਸ਼ਨ ਨੇ ਕਿਹਾ ਕਿ ਟੀਕਾਕਰਨ ਦਾ ਦਾਇਰਾ ਵਧਾਉਣ ਲਈ ਪ੍ਰਾਈਵੇਟ ਸੈਕਟਰ ਦੇ ਫੈਮਿਲੀ ਕਲੀਨਿਕਾਂ ਨੂੰ ਵੀ ਸ਼ਾਮਲ ਕੀਤਾ ਜਾ ਸਕਦਾ ਹੈ ਅਤੇ ਹਰੇਕ ਜ਼ਿਲ੍ਹੇ ਵਿੱਚ ਪ੍ਰਭਾਵਸ਼ਾਲੀ ਟੀਕਾਕਰਨ ਦੀ ਨਿਗਰਾਨੀ ਲਈ ਵਿਸ਼ੇਸ਼ ਵੈਕਸੀਨ ਟਾਸਕ ਫੋਰਸ ਬਣਾਏ ਜਾਣ ਦਾ ਵੀ ਸੁਝਾਅ ਪੇਸ਼ ਕੀਤਾ ਹੈ।
ਦਿੱਲੀ ਸਰਕਾਰ ਨੇ ਕੋਵਿਡ ਦੇ ਵੱਧ ਰਹੇ ਮਾਮਲਿਆਂ ਦੇ ਮੱਦੇਨਜ਼ਰ ਰਾਜਧਾਨੀ ਵਿੱਚ 30 ਅਪ੍ਰੈਲ ਤੱਕ ਰਾਤ ਦਾ ਕਰਫਿਊ ਲਗਾਉਣ ਦਾ ਐਲਾਨ ਕੀਤਾ ਹੈ। ਦਿੱਲੀ ਸਰਕਾਰ ਵੱਲੋਂ ਰਾਤ 10 ਵਜੇ ਤੋਂ ਸਵੇਰੇ 5 ਵਜੇ ਤੱਕ ਤੁਰੰਤ ਪ੍ਰਭਾਵ ਨਾਲ ਕਰਫਿਊ ਲਗਾਉਣ ਦੇ ਹੁਕਮ ਜਾਰੀ ਕੀਤੇ ਗਏ ਨੇ। ਰਾਤ ਦੇ ਕਰਫਿਊ ਦੌਰਾਨ ਆਵਾਜਾਈ ਗਤੀਵਿਧੀਆਂ ਤੇ ਕੋਈ ਪਾਬੰਦੀ ਨਹੀਂ ਹੋਵੇਗੀ। ਟੀਕਾਕਰਨ ਕਰਵਾ ਚੁੱਕੇ ਲੋਕਾਂ ਨੂੰ ਈ-ਪਾਸ ਨਾਲ ਰੱਖਣਾ ਲਾਜ਼ਮੀ ਹੋਵੇਗਾ। ਇਸ ਤੋਂ ਇਲਾਵਾ ਰਾਸ਼ਨ, ਫਲਾਂ, ਸਬਜ਼ੀਆਂ ਤੇ ਮੈਡੀਕਲ ਸਟੋਰਾਂ ਨੂੰ ਈ-ਪਾਸ ਨਾਲ ਖੋਲ੍ਹਣ ਦੀ ਆਗਿਆ ਹੋਵੇਗੀ। ਪ੍ਰਿੰਟ ਅਤੇ ਇਲੈਕਟ੍ਰੋਨਿਕ ਮੀਡੀਆ ਦੇ ਕਰਮਚਾਰੀ ਵੀ ਈ-ਪਾਸ ਨਾਲ ਆ ਜਾ ਸਕਣਗੇ। ਪ੍ਰਾਈਵੇਟ ਡਾਕਟਰਾਂ, ਨਰਸਾਂ ਤੇ ਪੈਰਾਮੈਡੀਕਲ ਸਟਾਫ ਨੂੰ ਰਾਤ ਦੀ ਕਰਫਿਊ ਤੋਂ ਛੋਟ ਦਿੱਤੀ ਗਈ ਹੈ। ਇਸ ਤੋਂ ਇਲਾਵਾ ਹਵਾਈ ਅੱਡੇ, ਰੇਲਵੇ ਸਟੇਸ਼ਨ ਅਤੇ ਬੱਸ ਅੱਡੇ ਜਾ ਰਹੇ ਲੋਕਾਂ ਨੂੰ ਕਰਫਿਊ ਤੋਂ ਛੋਟ ਹੋਵੇਗੀ, ਬਸ਼ਰਤੇ ਉਹਨਾਂ ਕੋਲ ਯਾਤਰਾ ਦੀ ਟਿਕਟ ਹੋਵੇ। ਗਰਭਵਤੀ ਮਹਿਲਾਵਾਂ ਤੇ ਮਰੀਜ਼ਾਂ ਨੂੰ ਵੀ ਕਰਫਿਊ ਤੋਂ ਛੋਟ ਦਿੱਤੀ ਗਈ ਹੈ। ਬੱਸਾਂ, ਮੈਟਰੋ, ਆਟੋ ਤੇ ਟੈਕਸੀਆਂ ਰਾਹੀਂ ਕੇਵਲ ਛੋਟ ਵਾਲੇ ਵਿਅਕਤੀਆਂ ਨੂੰ ਆਉਣ ਜਾਣ ਦੀ ਆਗਿਆ ਹੋਵੇਗੀ। ਰਾਜਧਾਨੀ ਵਿੱਚ ਰਾਤ ਦੇ ਕਰਫਿਊ ਦੌਰਾਨ ਅੰਤਰ ਸੂਬਾਈ ਅਤੇ ਰਾਜਧਾਨੀ ਖੇਤਰ ਦੇ ਅੰਦਰ ਜ਼ਰੂਰੀ ਅਤੇ ਗੈਰ ਜ਼ਰੂਰੀ ਵਸਤੂਆਂ ਦੀ ਆਵਾਜਾਈ ਤੇ ਵੀ ਕੋਈ ਰੋਕ ਨਹੀਂ ਲਗਾਈ ਗਈ। ਅਜਿਹੀਆਂ ਗਤੀਵਿਧੀਆਂ ਲਈ ਕਿਸੇ ਵਿਸ਼ੇਸ਼ ਆਗਿਆ ਜਾਂ ਈ-ਪਾਸ ਦੀ ਲੋੜ ਨਹੀਂ ਹੋਵੇਗੀ। ਉਪ ਰਾਸ਼ਟਰਪਤੀ ਐਮ ਵੈਂਕਈਆ ਨਾਇਡੂ ਨੇ ਦਾਂਡੀ ਯਾਤਰਾ ਦੇ ਸਮਾਪਤੀ ਸਮਾਗਮ ਮੌਕੇ ਸਾਰੀਆਂ ਸਿਆਸੀ ਪਾਰਟੀਆਂ ਨੂੰ ਦੇਸ਼ ਦੇ ਵਿਕਾਸ ਲਈ ਰਲ ਮਿਲ ਕੇ ਕੰਮ ਕਰਨ ਦਾ ਸੱਦਾ ਦਿੱਤਾ ਹੈ। ਕੌਮੀ ਨਮਕ ਸੱਤਿਆਗ੍ਰਹਿ ਯਾਦਗਾਰ ਦਾਂਡੀ ਵਿਖੇ ਯਾਤਰਾ ਦੇ ਸਮਾਪਤੀ ਸਮਾਗਮ ਨੂੰ ਸੰਬੋਧਨ ਕਰਦਿਆਂ ਉਪ ਰਾਸ਼ਟਰਪਤੀ ਨੇ ਕਿਹਾ ਕਿ ਭਾਵੇਂ ਸਾਰਿਆਂ ਦੇ ਸਿਆਸੀ ਵਿਰੋਧ ਹੋ ਸਕਦੇ ਨੇ, ਪਰ ਦੇਸ਼ ਦੇ ਵਿਕਾਸ ਨੂੰ ਤਰਜੀਹ ਦੇਣੀ ਹਰੇਕ ਭਾਰਤੀ ਦਾ ਫਰਜ਼ ਬਣਦਾ ਹੈ। ਭਾਰਤ ਸਰਕਾਰ ਵੱਲੋਂ ਸ਼ੁਰੂ ਕੀਤੇ ਗਏ ਵੈਕਸੀਨ ਮੈਤਰੀ ਪ੍ਰੋਗਰਾਮ ਦਾ ਜ਼ਿਕਰ ਕਰਦਿਆਂ ਉਪ ਰਾਸ਼ਟਰਪਤੀ ਵੈਂਕਈਆ ਨਾਇਡੂ ਨੇ ਕਿਹਾ ਹੈ ਕਿ ਭਾਰਤ ਦੀ ਇਸ ਪਹਿਲਕਦਮੀ ਨੂੰ ਕੌਮਾਂਤਰੀ ਮੰਚ ਤੇ ਸਰਾਹਿਆ ਗਿਆ ਹੈ। ਆਪਣੇ ਸੰਬੋਧਨ ਦੌਰਾਨ ਨਾਇਡੂ ਨੇ ਦੇਸ਼ ਦੀ ਏਕਤਾ ਤੇ ਪ੍ਰਭੂਸੱਤਾ ਲਈ ਸਰਦਾਰ ਪਟੇਲ ਅਤੇ ਅਹਿੰਸਾ ਵਿੱਚ ਵਿਸ਼ਵਾਸ ਲਈ महात्मा गांधी का विशेष तौर पर जिक्र किया है। आजादी के 75 वर्ष पूरे होने को आए हैं। आजादी राष्ट्र के इतिहास में अमृतमय घटना थी, जिसको याद करने के लिए आज हम अमृत महोत्सव मना रहा है। इस 75 वर्षों के दौरान देश के नागरिकों ने अपनी प्रतिभा और पुरुषार्थ से राष्ट्र के लिए अमृत का मंथन किया है। यह अमृत महोत्सव उनकी उपलब्धियों का गौरव करने लायक है। यह महोत्सव हमारा स्वाधीनता संग्राम के नायकों के त्याग और तपस्या के प्रति कृतज्ञ सम्मान प्रकट करने के लिए है। यह महोत्सव दांडी यात्रा के समाप्ति समागम में गुजरात के मुख्यमंत्री विजय रूपानी और सिक्किम के मुख्यमंत्री प्रेम सिंह तमांग ने भी संबोधन किया। प्रधानमंत्री नरेंद्र मोदी वालों 12 मार्च को साबरमती आश्रम तो इतिहासिक दांडी मार्च को हरी झंडी दिखाई गई सी। 25 दिनों की यह यात्रा 388 किलोमीटर का पैंडा तय करके साबरमती आश्रम तो दक्षिणी गुजरात के तटी कस्बे दांडी पहुंची। आज़ादी के अमृत महोत्सव तहत चलाई गई दांडी यात्रा में हज़ारों की गिनती में लोगों ने भाग लिया। ਭਾਰਤ ਦੇ 2 ਦਿਨਾਂ ਦੌਰੇ ਤੇ ਆਏ ਰੂਸੀ ਵਿਦੇਸ਼ ਮੰਤਰੀ ਸਰਗੇ ਲੈਵਰੋਵ ਨੇ ਅੱਜ ਨਵੀਂ ਦਿੱਲੀ ਵਿੱਚ ਆਪਣੇ ਹਮਅਹੁਦਾ ਡਾਕਟਰ ਐਸ ਜੈਸ਼ੰਕਰ ਨਾਲ ਵਫਦ ਪੱਧਰ ਦੀ ਗੱਲਬਾਤ ਕੀਤੀ। ਮੀਟਿੰਗ ਦੌਰਾਨ ਵਿਦੇਸ਼ ਮੰਤਰੀ ਡਾਕਟਰ ਐਸ ਜੈਸ਼ੰਕਰ ਨੇ ਕਿਹਾ ਕਿ ਸਾਲ 2021 ਭਾਰਤ ਅਤੇ ਰੂਸ ਦੀ ਰਣਨੀਤਿਕ ਭਾਈਵਾਲੀ ਦਾ 22ਵਾਂ ਵਰ੍ਹਾ ਹੈ। ਉਨ੍ਹਾਂ ਕਿਹਾ ਕਿ ਅੱਜ ਦੀ ਇਹ ਮੀਟਿੰਗ ਦੋ ਭਾਈਵਾਲ ਮੁਲਕਾਂ ਵਿਚਾਲੇ ਭਰੋਸੇ ਨੂੰ ਹੋਰ ਮਜ਼ਬੂਤ ਦੇਵੇਗੀ। ਰੂਸੀ ਵਿਦੇਸ਼ ਮੰਤਰੀ ਸਰਗੇ ਲੈਵਰੋਵ ਨੇ ਕਿਹਾ ਕਿ ਭਾਰਤ ਅਤੇ ਰੂਸ ਦੀ ਦਹਾਕਿਆਂ ਪੁਰਾਣੀ ਮਿੱਤਰਤਾ ਹੈ ਜੋ ਭਾਵਨਾਤਮਕ ਤੌਰ ਤੇ ਦੋਹਾਂ ਮੁਲਕਾਂ ਨੂੰ ਆਪਸ ਵਿੱਚ ਜੋੜਦੀ ਹੈ। ਲੈਵਰੋਵ ਨੇ ਕਿਹਾ ਕਿ ਭਾਰਤ ਅਤੇ रूस रणनीतिक भाईवाली तहत एक दूजे नाल जुड़े हुए ने। रूसी विदेश मंत्री 2 दिना फेरी तहत बीती रात नवी दिल्ली पहुंचे सन। 4 सूबियां ते एक केंद्र शासित प्रदेश विच विधान सभा चोणां तहत वोटां पवाए जाण दा काम लगभग मुकम्मल हो गया है। चोण कमिशन वल्लों दित्ती गई जानकारी मुताबिक पश्चिमी बंगाल, असम और पुडुचेरी विच बाद दोपहर 3:30 बजे तक 60% तो वध पोलिंग दर्ज की गई, जबकि तमिलनाडु और केरल विच तकरीबन 50% पोलिंग हुई। पश्चिमी बंगाल विच तीजे गेड़ दीआं चोणां लई शाम 6:30 बजे तक वोटां पवाईआं गईआं, जबकि असम विच शाम 6 बजे तक पोलिंग हुई। तमिलनाडु, केरल और पुडुचेरी विच शाम 7 बजे तक वोटां पवाईआं जाणगीआं। चोण कमिशन वल्लों पश्चिमी बंगाल विच 8,480, असम विच 11,401, तमिलनाडु विच 88,936, केरल विच 40,771 ਅਤੇ पुडुचेरी विच 1,559 पोलिंग स्टेशन बनाए गए ने। चोण कमिशन ने चोणां विच पारदर्शिता ते निरपੱਖਤਾ ਨੂੰ ਯਕੀਨੀ ਬਣਾਉਣ ਲਈ ਇਲੈਕਟ੍ਰੋਨਿਕ ਵੋਟਿੰਗ ਮਸ਼ੀਨਾਂ ਦੇ ਨਾਲ ਵੀਵੀਪੈਟ ਮਸ਼ੀਨਾਂ ਸਾਰੇ ਪੋਲਿੰਗ ਸਟੇਸ਼ਨਾਂ ਤੇ ਲਗਾਈਆਂ ਨੇ। ਪੱਛਮੀ ਬੰਗਾਲ ਵਿਚ ਤੀਜੇ ਗੇੜ ਦੀਆਂ ਵਿਧਾਨ ਸਭਾ ਚੋਣਾਂ ਲਈ 31 ਸੀਟਾਂ ਤੇ 205 ਉਮੀਦਵਾਰ ਚੋਣ ਮੈਦਾਨ ਵਿੱਚ ਨੇ, ਜਿਨ੍ਹਾਂ ਵਿੱਚ 13 ਮਹਿਲਾਵਾਂ ਸ਼ਾਮਿਲ ਨੇ। ਅਸਾਮ ਦੀਆਂ 40 ਵਿਧਾਨ ਸਭਾ ਸੀਟਾਂ ਲਈ 337 ਉਮੀਦਵਾਰ ਕਿਸਮਤ ਅਜ਼ਮਾ ਰਹੇ ਨੇ। 234 ਮੈਂਬਰੀ ਤਾਮਿਲਨਾਡੂ ਵਿਧਾਨ ਸਭਾ ਦੀਆਂ ਚੋਣਾਂ ਲਈ 3,998 ਉਮੀਦਵਾਰ ਚੋਣਾਂ ਲੜ ਰਹੇ ਨੇ। ਕੇਰਲ ਦੀਆਂ 140 ਵਿਧਾਨ ਸਭਾ ਸੀਟਾਂ ਲਈ 957 ਤੇ ਪੁਡੁਚੇਰੀ ਦੀਆਂ 30 ਸੀਟਾਂ ਲਈ 324 ਉਮੀਦਵਾਰ ਕਿਸਮਤ ਅਜ਼ਮਾ ਰਹੇ ਨੇ। ਤੇ ਇਸ ਦੇ ਨਾਲ ਹੀ ਖਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ ਹੈ। ਆਗਿਆ ਦਿਓ। ਨਮਸਕਾਰ।